ਹੈਲੋ ਸਟੂਡੈਂਟਸ, YouTube ਚੈਨਲ ਲਰਨਰਸ ਬੋਹਾ 'ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਬੇਟਾ ਤੁਸੀਂ ਇਸ ਚੈਨਲ ਦੇ ਥਰੂ ਬਾਇਓਲੋਜੀ ਸਬਜੈਕਟ ਪੜ੍ਹ ਰਹੇ ਹੋ ਮੇਰੇ ਕੋਲੋਂ। ਇਸ ਤੋਂ ਇਲਾਵਾ ਇਸ ਚੈਨਲ ਦੇ ਥਰੂ ਮੈਥਮੈਟਿਕਸ, ਇਨਵਾਇਰਨਮੈਂਟ ਐਜੂਕੇਸ਼ਨ ਸਬਜੈਕਟ ਵੀ ਪੜ੍ਹਾਏ ਜਾ ਰਹੇ ਹੈ। ਸੋ ਆਪਣੀ ਕਲਾਸ ਬਾਇਓਲੋਜੀ ਦੀ ਹੈ ਬੇਟਾ। ਅਸੀਂ 10+1 ਬਾਇਓਲੋਜੀ ਦਾ ਸਿਲੇਬਸ ਕਰ ਰਹੇ ਹਾਂ, ਜਿਹਦੇ ਵਿੱਚ ਚੈਪਟਰ 2 ਬੇਟਾ ਅਸੀਂ ਬਾਇਓਲੋਜੀਕਲ ਕਲਾਸੀਫਿਕੇਸ਼ਨ ਪੜ੍ਹ ਰਹੇ ਹਾਂ। ਇਸ ਚੈਪਟਰ ਦੇ ਵਿੱਚ ਅਸੀਂ ਹੁਣ ਤੱਕ ਵੇਖਿਆ ਹੈ ਕਿ ਲਿਵਿੰਗ ਆਰਗੈਨਿਜ਼ਮਸ ਨੂੰ ਅਲੱਗ-ਅਲੱਗ ਤਰੀਕੇ ਨਾਲ ਕਲਾਸੀਫਾਈ ਕੀਤਾ ਜਾ ਸਕਦਾ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾ ਕ੍ਰਾਈਟੇਰੀਆ ਸਾਨੂੰ ਲੀਨੀਅਸ ਨੇ ਦਿੱਤਾ ਸੀ, ਜਿਹਨੇ ਆਰਗੈਨਿਜ਼ਮਸ ਨੂੰ ਦੋ ਕਿੰਗਡਮ ਪਲਾਂਟੀ ਅਤੇ ਐਨੀਮਲੀਆ ਦੇ ਵਿੱਚ ਡਿਵਾਈਡ ਕੀਤਾ ਹੈ। ਦੈਨ ਬੇਟਾ ਇਸ 2 ਕਿੰਗਡਮ ਸਿਸਟਮ ਦੇ ਵਿੱਚ ਜਿੱਥੇ ਕੰਮ ਸੌਖਾ ਸੀ ਕਿ ਸਾਰੇ ਆਰਗੈਨਿਜ਼ਮ 2 ਹੀ ਕਿੰਗਡਮਸ ਦੇ ਵਿੱਚ ਆ ਗਏ, ਉੱਥੇ ਬਹੁਤ ਸਾਰੀਆਂ ਡਰੋਬੈਕਸ ਵੀ ਸਾਹਮਣੇ ਆਈਆਂ, ਕਿਉਂਕਿ ਬਹੁਤ ਸਾਰੇ ਆਰਗੈਨਿਜ਼ਮਸ ਇਸ ਤਰ੍ਹਾਂ ਦੇ ਨੇ ਜਿਹੜੇ ਅਲੱਗ-ਅਲੱਗ ਗਰੁੱਪਸ ਨੂੰ ਬਿਲੋਂਗ ਕਰਨੇ ਚਾਹੀਦੇ ਸੀ, ਉਹਨਾਂ ਨੂੰ ਅਸੀਂ ਇਕੱਠੇ ਕਰਤਾ। ਅਤੇ ਜਦੋਂ ਕਿ ਅਲੱਗ-ਅਲੱਗ ਜਿਹੜੇ ਆਰਗੈਨਿਜ਼ਮਸ ਬੇਟਾ ਆਪਣੇ ਕੋਲ ਇਸ ਸਿਸਟਮ ਦੇ ਵਿੱਚ ਆ ਗਏ, ਕੁਝ ਪਲਾਂਟੀ ਅਤੇ ਐਨੀਮਲੀਆ 'ਚ ਆ ਗਏ, ਉਹ ਇਕੱਠੇ ਗਰੁੱਪ ਹੋਣੇ ਚਾਹੀਦੇ ਸੀਗੇ। ਸੋ ਬਹੁਤ ਸਾਰੀਆਂ ਡਰੋਬੈਕਸ ਰਹੀਆਂ, ਜਿਸ ਕਰਕੇ 5 ਕਿੰਗਡਮ ਸਿਸਟਮ ਆਇਆ RH ਵਿਟਾਕਰ ਦਾ। ਅਕੋਰਡਿੰਗ ਟੂ RH ਵਿਟਾਕਰਸ 5 ਕਿੰਗਡਮ ਸਿਸਟਮ, ਆਰਗੈਨਿਜ਼ਮਸ ਆਰ ਡਿਵਾਈਡਡ ਇਨਟੂ 5 ਕਿੰਗਡਮ: ਮੌਂਦਰਾ, ਪ੍ਰੋਟਿਸਟਾ, ਫੰਜਾਈ, ਪਲਾਂਟੀ ਅਤੇ ਐਨੀਮਲੀਆ। ਅਸੀਂ ਡਿਟੇਲ ਦੇ ਵਿੱਚ ਪੜ੍ਹਿਆ, ਪਰ ਮੋਟੇ ਜਿਹੇ ਰੂਪ 'ਚ ਮੈਂ ਤੁਹਾਨੂੰ ਰਿਵਾਈਜ਼ ਕਰਵਾ ਦਾਂ ਕਿ ਧਰਤੀ ਦੇ ਉੱਤੇ ਉਹ ਸਾਰੇ ਆਰਗੈਨਿਜ਼ਮਸ ਜਿਹੜੇ ਪ੍ਰੋਕੈਰੀਓਟਿਕ ਨੇ, ਕਹਿੰਦਾ ਮਤਲਬ ਜਿਹੜੇ ਟਰੂ ਨਿਊਕਲੀਅਸ ਪੋਜੈਸ ਨਹੀਂ ਕਰਦੇ, ਮੌਂਦਰਾ 'ਚ ਆਉਣਗੇ, ਅਤੇ ਬਾਕੀ ਸਾਰੇ ਯੂਕੈਰੀਓਟਿਕ ਜਿਹੜੇ ਹੈਗੇ ਨੇ ਉਹ ਅਲੱਗ ਹੋ ਗਏ। ਹੁਣ ਇਹਨਾਂ ਚਾਰਾਂ ਦੇ ਵਿੱਚੋਂ ਬੇਟਾ ਅਸੀਂ ਇੱਕ ਪ੍ਰੋਟਿਸਟਾ ਨੂੰ ਅਲੱਗ ਕਰ ਲਿਆ। ਪ੍ਰੋਟਿਸਟਾ ਨੂੰ ਅਸੀਂ ਇਸ ਬੇਸ 'ਤੇ ਅਲੱਗ ਕੱਢ ਲਿਆ ਕਿਉਂਕਿ ਪ੍ਰੋਟਿਸਟਾ ਜਿਹੜਾ ਸੀ ਉਹ ਯੂਨੀਸੈਲੂਲਰ ਆਰਗੈਨਿਜ਼ਮ ਸੀ, ਅਤੇ ਬਾਕੀ ਸਾਰੇ ਜਿਹੜੇ ਹੈਗੇ ਸੀ ਉਹ ਮਲਟੀ ਸੈਲੂਲਰ ਆਰਗੈਨਿਜ਼ਮ ਸੀ। ਸੋ ਇਹ ਯੂਨੀਸੈਲੂਲਰ 2 ਨੇ, ਪਰ ਇੱਕ ਪ੍ਰੋਕੈਰੀਓਟਿਕ ਇੱਕ ਯੂਕੈਰੀਓਟਿਕ ਹੈ। ਸੋ ਸੈਪਰੇਟ ਹੋ ਗਏ, ਬਚ ਗਏ 3। ਇਹਨਾਂ ਤਿੰਨਾਂ ਨੂੰ ਅਸੀਂ ਬੇਟਾ ਜਿਹੜਾ ਹੈਗਾ ਇਹਨਾਂ ਦੇ ਮੋਡ ਆਫ ਨਿਊਟ੍ਰੀਸ਼ਨ ਦੇ ਬੇਸ 'ਤੇ ਅਸੀਂ ਅਲੱਗ-ਅਲੱਗ ਕੀਤਾ। ਮੋਡ ਆਫ ਨਿਊਟ੍ਰੀਸ਼ਨ ਦੇ ਬੇਸ 'ਤੇ ਅਸੀਂ ਦੇਖਿਆ ਕਿ ਜਿਹੜਾ ਪਲਾਂਟੀ ਸੀ ਸਾਡੇ ਕੋਲ ਆਟੋਟ੍ਰੋਫਿਕ ਮੋਡ ਆਫ ਨਿਊਟ੍ਰੀਸ਼ਨ ਪੋਜੈਸ ਕਰਦਾ ਸੀ, ਜਦੋਂ ਕਿ ਫੰਜਾਈ ਅਤੇ ਐਨੀਮਲੀਆ ਜਿਹੜੇ ਸੀਗੇ ਉਹ ਹੈਟਰੋਟ੍ਰੋਫਿਕ ਮੋਡ ਆਫ ਨਿਊਟ੍ਰੀਸ਼ਨ ਜਿਹੜਾ ਸੀ ਉਹ ਰੱਖਦੇ ਸੀਗੇ। ਸੋ ਇਹਨਾਂ ਦੇ ਵਿੱਚੋਂ ਵੀ ਐਨੀਮਲੀਆ ਜ਼ਿਆਦਾਤਰ ਹੋਲੋਜੋਇਕ ਸੀਗੇ, ਅਤੇ ਇਹ ਜ਼ਿਆਦਾਤਰ ਜਿਹੜੇ ਹੈਗੇ ਨੇ ਸੈਪਰੋਫਿਟਿਕ ਜਾਂ ਪੈਰਾਸਿਟਿਕ ਮੋਡ ਆਫ ਨਿਊਟ੍ਰੀਸ਼ਨ ਪੋਜੈਸ ਕਰਦੇ ਸੀ। ਸੋ ਇਹ ਕ੍ਰਾਈਟੇਰੀਆ ਦੇ ਬੇਸ 'ਤੇ ਅਸੀਂ ਆਰਗੈਨਿਜ਼ਮਸ ਨੂੰ 5 ਕਿੰਗਡਮ ਸਿਸਟਮ ਦੇ ਵਿੱਚ ਡਿਵਾਈਡ ਕੀਤਾ ਹੈ। ਦੈਨ ਅਸੀਂ ਸਾਰੀ ਡਿਟੇਲ ਇਹਨਾਂ ਦੀ ਪੜ੍ਹੀ ਹੈ ਬੇਟਾ ਕਿੰਗਡਮ ਸਿਸਟਮ ਦੀ। ਅੱਜ ਬੇਟਾ ਅਸੀਂ ਜਿਹੜਾ ਹੈਗਾ ਇਸ ਦੇ ਵਿੱਚੋਂ ਪਹਿਲਾ ਕਿੰਗਡਮ ਪੜ੍ਹਾਂਗੇ, ਦੈਟ ਇਜ਼ ਕਿੰਗਡਮ ਮੌਂਦਰਾ। ਸੋ ਜੇ ਕਿੰਗਡਮ ਮੌਂਦਰਾ ਦੀ ਬੇਟਾ ਗੱਲ ਕਰੀਏ ਤਾਂ ਕਿੰਗਡਮ ਮੌਂਦਰਾ ਦੇ ਵਿੱਚ ਸਾਰੇ ਬੈਕਟੀਰੀਆ ਆ ਜਾਣਗੇ। ਜਿੰਨੇ ਵੀ ਸਾਡੇ ਕੋਲ ਬੈਕਟੀਰੀਆ ਹੈਗੇ ਨੇ ਉਹ ਸਾਰੇ ਬੈਕਟੀਰੀਆ ਜਿਹੜੇ ਹੈਗੇ ਨੇ ਕਿੱਥੇ ਆ ਜਾਣਗੇ ਬੇਟਾ, ਕਿੰਗਡਮ ਮੌਂਦਰਾ ਦੇ ਵਿੱਚ। ਸੋ ਬੈਕਟੀਰੀਆ ਆਰ ਦਾ ਸੋਲ ਮੈਂਬਰਸ ਆਫ ਦਾ ਕਿੰਗਡਮ ਮੌਂਦਰਾ, ਮਤਲਬ ਕਿ ਇਕੱਲੇ ਇਹੀ ਮੈਂਬਰਸ ਨੇ। ਦੇ ਆਰ ਦਾ ਮੋਸਟ ਅਬੰਡੈਂਟ ਮਾਈਕਰੋ ਆਰਗੈਨਿਜ਼ਮ। ਸਭ ਤੋਂ ਜ਼ਿਆਦਾ ਮਾਈਕਰੋ ਆਰਗੈਨਿਜ਼ਮ ਕਿਹੜੇ ਨੇ ਸਾਡੇ ਕੋਲੇ? ਬੈਕਟੀਰੀਆ ਨੇ। ਦੈਨ ਬੈਕਟੀਰੀਆ ਆਰ ਪ੍ਰੈਜੈਂਟ ਆਲਮੋਸਟ ਐਵਰੀਵੇਅਰ। ਬੇਟਾ ਬਹੁਤ ਤਰ੍ਹਾਂ ਦਾ ਇਨਵਾਇਰਮੈਂਟ ਹੁੰਦਾ, ਬਹੁਤ ਤਰ੍ਹਾਂ ਦਾ ਹੈਬੀਟੈਟ ਹੁੰਦਾ ਹੈ, ਮਤਲਬ ਕਿ ਐਕਸਟਰੀਮ ਕੋਲਡ ਕੰਡੀਸ਼ਨ 'ਚ ਵੀ ਸਾਨੂੰ ਬੈਕਟੀਰੀਆ ਮਿਲ ਜਾਣਗੇ, ਅਤੇ ਐਕਸਟਰੀਮ ਹੌਟ ਕੰਡੀਸ਼ਨ 'ਚ ਵੀ ਮਿਲ ਜਾਣਗੇ। ਜਿਵੇਂ ਸਾਡੇ ਕੋਲ ਹੌਟ ਸਪ੍ਰਿੰਗਸ ਨੇ, ਡੈਜ਼ਰਟ ਹੈ, ਬਹੁਤ ਗਰਮੀ ਪੈਂਦੀ ਹੈ, ਉੱਥੇ ਵੀ ਬੈਕਟੀਰੀਆ ਮਿਲ ਜਾਣਗੇ, ਅਤੇ ਸਨੋ ਹੈ, ਬਰਫ਼ ਪੈਂਦੀ, ਉੱਥੇ ਬੈਕਟੀਰੀਆ ਮਿਲ ਜਾਣਗੇ। ਡੀਪ ਓਸ਼ੀਅਨਸ ਦੇ ਵਿੱਚ ਵੀ ਮਿਲ ਜਾਣਗੇ, ਅਤੇ ਉਚਾਈ 'ਤੇ ਜਿਹੜੇ ਸਾਡੇ ਮਾਊਂਟੇਨਸ ਨੇ ਉਹਨਾਂ ਦੇ ਉੱਤੇ ਵੀ ਮਿਲ ਜਾਣਗੇ। ਇਹਦਾ ਮਤਲਬ ਅਲੱਗ-ਅਲੱਗ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਬੈਕਟੀਰੀਆ ਸਰਵਾਈਵ ਕਰ ਸਕਦੇ ਹੈ। ਹੁਣ ਬੇਟਾ ਬੈਕਟੀਰੀਆ ਨੂੰ ਅਸੀਂ ਉਹਨਾਂ ਦੀ ਸ਼ੇਪ ਦੇ ਬੇਸ 'ਤੇ ਕਿ ਕਿਹੋ ਜਿਹੀ ਸ਼ੇਪ ਹੈ, ਅਸੀਂ 4 ਕੈਟਾਗਰੀਜ਼ ਦੇ ਵਿੱਚ ਵੰਡਿਆ ਹੋਇਆ ਹੈ, ਜਿਸ ਤਰ੍ਹਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ। ਇਹਦੇ ਵਿੱਚ ਬੇਟਾ ਜਿਹੜੀ ਸਭ ਤੋਂ ਪਹਿਲੀ ਸਾਡੇ ਕੋਲ ਹੈਗੀ ਹੈ ਸ਼ੇਪ, ਇਸ ਦੇ ਵਿੱਚ ਬੈਕਟੀਰੀਆ ਜਿਹੜੇ ਹੈਗੇ ਨੇ ਬੇਟਾ ਉਹ ਸਫੈਰੀਕਲ ਨੇ। ਜੇ ਇਹਨਾਂ ਦੀ ਸ਼ੇਪ ਸਫੈਰੀਕਲ ਹੋਊਗੀ ਤਾਂ ਅਸੀਂ ਉਹਨਾਂ ਨੂੰ ਕੋਕਸ ਕਹਾਂਗੇ, ਪਲੂਰਲ ਕੋਕੀ। ਜੇ ਬੇਟਾ ਇਹ ਰੋਡ ਸ਼ੇਪਡ ਹੁੰਦੇ ਆ, ਜਿਵੇਂ ਰੋਡ ਸ਼ੇਪਡ ਹੈ, ਤਾਂ ਅਸੀਂ ਇਹਨਾਂ ਨੂੰ ਬੈਸੀਲਸ ਕਹਾਂਗੇ। ਜੇ ਕੌਮਾ ਸ਼ੇਪਡ ਹੈਗੇ ਨੇ, ਜਿਵੇਂ ਕੌਮਾ ਲਗਾਇਆ ਜਾਂਦਾ ਹੈ, ਤਾਂ ਇਹ ਜਿਹੜਾ ਹੈਗਾ ਵਿਬਰੀਓ ਹੋਣਗੇ। ਅਤੇ ਜੇ ਬੇਟਾ ਇਹਨਾਂ ਦੀ ਸਪਾਇਰਲ ਸ਼ੇਪ ਹੋਏਗੀ ਤਾਂ ਅਸੀਂ ਇਹਨਾਂ ਨੂੰ ਸਪਾਇਰਲਮ ਕਹਾਂਗੇ। ਸੋ ਇਸ ਤਰੀਕੇ ਨਾਲ ਬੇਟਾ 4 ਕੈਟਾਗਰੀਜ਼ ਦੇ ਵਿੱਚ ਅਸੀਂ ਇਹਨਾਂ ਨੂੰ ਡਿਵਾਈਡ ਕਰ ਦਿੰਦੇ ਹਾਂ। ਕੋਕਸ ਸਫੈਰੀਕਲ ਹੁੰਦੇ ਨੇ, ਰੋਡ ਸ਼ੇਪਡ ਨੂੰ ਬੈਸੀਲਸ, ਅਤੇ ਜਿਹੜੇ ਸਪਾਇਰਲ ਹੁੰਦੇ ਨੇ ਉਹਨੂੰ ਸਪਾਇਰੀਲਮ, ਅਤੇ ਜਿਹੜੇ ਕੌਮਾ ਸ਼ੇਪਡ ਹੁੰਦੇ ਨੇ ਇਹਨਾਂ ਨੂੰ ਅਸੀਂ ਵਿਬਰੀਓ ਕਹਿ ਦਿੰਦੇ ਹਾਂ। ਸੋ ਡਿਪੈਂਡਿੰਗ ਅਪੋਨ ਦਾ ਸ਼ੇਪ ਇਹ 4 ਕੈਟਾਗਰੀਜ਼ ਨੇ। ਦੈਨ ਬੇਟਾ ਜੇ ਬੈਕਟੀਰੀਆ ਦੇ ਅਸੀਂ ਸਟਰਕਚਰ ਦੀ ਗੱਲ ਕਰੀਏ, ਇਹਨਾਂ ਦਾ ਸਟਰਕਚਰ ਤਾਂ ਦੇਖੋ ਬੜਾ ਸਿੰਪਲ ਸਟਰਕਚਰ ਹੋ ਗਿਆ, ਕਿਉਂਕਿ ਅਸੀਂ ਇਹ ਗੱਲ ਕਰਤੀ ਕਿ ਇਹ ਇੱਕ ਪ੍ਰੋਕੈਰੀਓਟਿਕ ਸੈੱਲ ਨੇ, ਮਤਲਬ ਕਿ ਇਹਨਾਂ ਕੋਲ ਵੈਲ ਡਿਫਾਈਨਡ ਨਿਊਕਲੀਅਸ ਪ੍ਰੈਜੈਂਟ ਨਹੀਂ ਹੈਗਾ। ਅਤੇ ਦੈਨ ਇਹਨਾਂ ਦੇ ਵਿੱਚ ਬਾਹਰ ਜਿਹੜੀ ਹੈਗੀ ਹੈ ਬੇਟਾ ਇੱਕ ਸੈੱਲ ਵਾਲ ਜਿਹੜੀ ਹੈਗੀ ਆ ਉਹ ਪ੍ਰੈਜੈਂਟ ਹੁੰਦੀ ਹੈ, ਅਤੇ ਹੋਰ ਜਿਹੜੀਆਂ ਆਰਗੈਨਲੀਜ਼ ਨੇ ਉਹ ਆਰਗੈਨਲੀਜ਼ ਪ੍ਰੈਜੈਂਟ ਹੋਣਗੀਆਂ। ਬਟ ਇਹ ਕੀ ਹੁੰਦਾ, ਜਦੋਂ ਅਸੀਂ ਸੈੱਲ ਸਟਰਕਚਰ ਪੜ੍ਹਦੇ ਹਾਂ ਨਾ, ਅਸੀਂ ਦੇਖਦੇ ਹਾਂ ਕਿ ਕੁਝ ਆਰਗੈਨਲੀਜ਼ ਮੈਂਬਰੇਨ ਬਾਉਂਡ ਆਰਗੈਨਲੀਜ਼ ਹੁੰਦੀਆਂ ਨੇ। ਜਿਵੇਂ ਅਸੀਂ ਗੱਲ ਕਰੀਏ ਮਾਈਟੋਕੌਂਡਰੀਆ ਦਾ ਸਟਰਕਚਰ, ਤੁਸੀਂ 10th 'ਚ ਥੋੜ੍ਹਾ ਜਿਹਾ ਪੜ੍ਹਿਆ ਹੋਇਆ, ਤੁਸੀਂ ਕਹੋਗੇ ਕਿ ਇਹ ਤਾਂ ਹਜੇ ਸੈੱਲ ਸਟਰਕਚਰ ਪੜ੍ਹਿਆ ਨਹੀਂ +1 'ਚ। ਕੋਈ ਗੱਲ ਨਹੀਂ,
10th 'ਚ ਤਾਂ ਪੜ੍ਹਿਆ ਨਾ। ਤਾਂ ਇਸ ਤਰ੍ਹਾਂ ਦੀਆਂ ਆਰਗੈਨਲਿਜ਼ ਜਿਵੇਂ ਮਾਈਟੋਕੌਂਡਰੀਆ ਤੁਸੀਂ ਦੇਖਿਆ ਮੈਂਬਰੇਨ ਬਾਉਂਡ ਆਰਗੈਨਲੀ ਹੈ। ਸੋ ਇਹਦੇ ਬਾਹਰ ਜਿਹੜੀ ਮੈਂਬਰੇਨ ਪਈ ਹੈ ਇਹ ਯੂਕੈਰੀਓਟਿਕ ਸਟਰਕਚਰ ਹੈਗਾ, ਪ੍ਰੋਕੈਰੀਓਟਸ ਦੇ ਵਿੱਚ ਨਹੀਂ ਹੁੰਦਾ। ਬਟ ਕਿਉਂਕਿ ਮੌਂਦਰਾ ਪ੍ਰੋਕੈਰੀਓਟਸ ਨੇ, ਇਹਦਾ ਮਤਲਬ ਮੈਂਬਰੇਨ ਬਾਉਂਡ ਆਰਗੈਨਲੀਜ਼ ਇਹਨਾਂ ਦੇ ਵਿੱਚ ਐਬਸੈਂਟ ਹੋਣਗੀਆਂ। ਸੋ ਬਟ ਇਹਨਾਂ ਦਾ ਬਿਹੇਵੀਅਰ ਦੀ ਗੱਲ ਕਰ ਰਿਹਾ ਇਹ ਕਿ ਬਿਹੇਵੀਅਰ ਇਹਨਾਂ ਦਾ ਬਹੁਤ ਕੰਪਲੈਕਸ ਹੈ ਕੰਪੇਅਰ ਟੂ ਮੈਨੀ ਅਦਰ ਆਰਗੈਨਿਜ਼ਮ। ਬੈਕਟੀਰੀਆ ਜਿਹੜੇ ਹੈਗੇ ਨੇ ਬੇਟਾ ਇਹਨਾਂ ਦੀ ਬੜੀ ਹੀ ਜਿਹੜੀ ਹੈਗੀ ਵਾਸਟ ਮੈਟਾਬੋਲਿਕ ਡਾਇਵਰਸਿਟੀ ਜਿਹੜੀ ਹੈਗੀ ਉਹ ਸ਼ੋਅ ਕਰਦੇ ਆ, ਵੈਰਾਈਟੀ ਸ਼ੋਅ ਕਰਦੇ ਹੈ। ਕੁਝ ਕੁ ਬੈਕਟੀਰੀਆ ਜਿਹੜੇ ਆਪਣਾ ਭੋਜਨ ਆਪ ਬਣਾਉਂਦੇ ਨੇ ਉਹਨਾਂ ਨੂੰ ਆਟੋਟ੍ਰੋਫਿਕ ਵੀ ਕਹਿੰਦੇ ਆ, ਅਤੇ ਕੁਛ ਕੁ ਆਪਣੇ ਭੋਜਨ ਦੇ ਲਈ ਦੂਜਿਆਂ 'ਤੇ ਨਿਰਭਰ ਕਰਦੇ ਨੇ, ਉਹਨਾਂ ਨੂੰ ਅਸੀਂ ਹੈਟਰੋਟ੍ਰੋਫਸ ਵੀ ਕਹਿ ਦਿੰਦੇ ਹਾਂ। ਮਤਲਬ ਕਿ ਬੈਕਟੀਰੀਆ ਜ਼ਰੂਰੀ ਨਹੀਂ ਹੈਗੇ ਕਿ ਉਹ ਸਾਰੇ ਹੈਟਰੋਟ੍ਰੋਫਸ ਹੋਣ। ਜਿਵੇਂ ਅਸੀਂ ਪਹਿਲਾਂ ਪਲਾਂਟੀ ਅਤੇ ਐਨੀਮਲੀਆ ਦੀ ਗੱਲ ਕੀਤੀ ਸੀ 2 ਕਿੰਗਡਮ ਸਿਸਟਮ 'ਚ, ਅਸੀਂ ਇਹਨਾਂ ਸਾਰਿਆਂ ਨੂੰ ਪਲਾਂਟੀ 'ਚ ਰੱਖ ਲਿਆ ਕਿਉਂਕਿ ਇਹਨਾਂ ਦੇ ਸੈੱਲ ਵਾਲ ਪ੍ਰੈਜੈਂਟ ਹੈ। ਪਰ ਬੈਕਟੀਰੀਆ ਸਾਰੇ ਪ੍ਰੋਡਿਊਸਰ ਥੋੜ੍ਹੀ ਹੁੰਦੇ ਨੇ, ਪਲਾਂਟਸ ਦਾ ਪ੍ਰੋਡਿਊਸਰ ਹੁੰਦੇ ਨੇ। ਸੋ ਇਹ 'ਚੋਂ ਕੁਝ ਕੀ ਪ੍ਰੋਡਿਊਸਰ ਨੇ, ਬਹੁਤ ਸਾਰੇ ਜਿਹੜੇ ਹੈਗੇ ਨੇ ਕਿ ਨੇ ਹੈਟਰੋਟ੍ਰੋਪਸ ਨੇ, ਆਪਣੇ ਫੂਡ ਦੇ ਲਈ ਦੂਸਰਿਆਂ ਦੇ ਉੱਤੇ ਜਾਂ ਡੈਡ ਡਿਕੇਇੰਗ ਮੈਟਰ ਦੇ ਉੱਤੇ ਡਿਪੈਂਡ ਕਰਦੇ ਨੇ, ਠੀਕ ਹੈ ਨਾ। ਸੋ ਆਪਣਾ ਫੂਡ ਸਿੰਥਸਾਈਜ਼ ਨਹੀਂ ਕਰ ਸਕਦੇ। ਦੈਨ ਅਸੀਂ ਕਲਾਸੀਫਿਕੇਸ਼ਨ ਕਰਦੇ ਹਾਂ ਬੈਕਟੀਰੀਆ ਦੀ। ਇਸ ਤੋਂ ਬਾਅਦ ਦੇ ਵਿੱਚ ਬੇਟਾ ਨੈਕਸਟ ਅਸੀਂ ਬੈਕਟੀਰੀਆ ਦੀ ਕਲਾਸੀਫਿਕੇਸ਼ਨ ਕਰਨੀ ਹੈ ਕਿ ਕਿੰਗਡਮ ਆਂਦਰਾ ਦੇ ਵਿੱਚ ਜਿਹੜੇ ਇਹ ਆਰਗੈਨਿਜ਼ਮਸ ਨੇ ਇਹਨਾਂ ਨੂੰ ਅਸੀਂ ਕਿਹੜੀਆਂ ਕੈਟਾਗਰੀਜ਼ ਦੇ ਵਿੱਚ ਰੱਖ ਸਕਦੇ ਹਾਂ। ਤਾਂ ਅਸੀਂ ਬ੍ਰੌਡਲੀ ਇਹਨਾਂ ਨੂੰ 2 ਕੈਟਾਗਰੀਜ਼ ਦੇ ਵਿੱਚ ਕਲਾਸੀਫਾਈ ਕਰਦੇ ਹਾਂ। ਇੱਕ ਹੈਗੇ ਨੇ ਆਰਕਿਓਬੈਕਟੀਰੀਆ ਅਤੇ ਦੂਸਰੇ ਹੈਗੇ ਨੇ ਯੂਬੈਕਟੀਰੀਆ। ਤਾਂ ਬੇਟਾ ਇਸ ਦੇ ਵਿੱਚ ਜਿਹੜੇ ਇਹ ਆਰਕਿਓਬੈਕਟੀਰੀਆ ਜਾਂ ਯੂਬੈਕਟੀਰੀਆ ਕੀ ਹੈਗੇ ਹੈ ਇਸ ਦੇ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆਰਕਿਓਬੈਕਟੀਰੀਆ ਦੇ ਵਿੱਚ ਉਹ ਸਾਰੇ ਬੈਕਟੀਰੀਆ ਆ ਜਾਣਗੇ ਜਿਹੜੇ ਐਕਸਟ੍ਰੀਮ ਕੰਡੀਸ਼ਨਸ ਦੇ ਵਿੱਚ ਰਹਿ ਸਕਦੇ ਆ, ਹਾਰਸ਼ ਕੰਡੀਸ਼ਨਸ ਦੇ ਵਿੱਚ ਰਹਿ ਸਕਦੇ ਆ। ਇਹਨਾਂ ਦੇ ਵਿੱਚ ਮੇਨਲੀ ਆ ਜਾਂਦੇ ਨੇ ਜਿਹੜੇ ਬਹੁਤ ਜ਼ਿਆਦਾ ਸਾਲਟੀ ਕੰਡੀਸ਼ਨ 'ਚ ਰਹਿੰਦੇ ਆ, ਕਹਿੰਦਾ ਮਤਲਬ ਹੈਲੋਫਾਈਲਸ ਆ ਜਾਂਦੇ ਆ। ਬਹੁਤ ਜ਼ਿਆਦਾ ਹੌਟ ਸਪਰਿੰਗ ਦੇ ਵਿੱਚ ਰਹਿਣ ਵਾਲੇ ਥਰਮੋ ਐਸਿਡੋਫਾਈਲਸ ਆ ਜਾਂਦੇ ਆ। ਮਾਰਸ਼ੀ ਕੰਡੀਸ਼ਨਸ ਦੇ ਵਿੱਚ ਰਹਿਣ ਵਾਲੇ ਮਿਥੈਨੋਜਨਸ ਆ ਜਾਂਦੇ ਆ। ਹੁਣ ਬੇਟਾ ਜਦੋਂ ਇਹਨਾਂ ਨੇ ਇਹੋ ਜਿਹੀਆਂ ਕੰਡੀਸ਼ਨਸ ਦੇ ਵਿੱਚ ਰਹਿਣਾ ਜਿੱਥੇ ਬਹੁਤ ਜ਼ਿਆਦਾ ਸਲਾਈਨ ਐਨਵਾਇਰਮੈਂਟ ਹੈ, ਬਹੁਤ ਜ਼ਿਆਦਾ ਗਰਮ ਹੈਗਾ, ਜਾਂ ਜਿਹੜਾ ਹੈਗਾ ਮਾਰਸ਼ੀ ਜਾਂ ਐਨਵਾਇਰਮੈਂਟ ਹੈਗਾ, ਇਹੋ ਜਿਹੀਆਂ ਕੰਡੀਸ਼ਨਸ ਦੇ ਵਿੱਚ ਰਹਿਣ ਵਾਲੇ ਡੈਫੀਨੇਟ ਜੀ ਗੱਲ ਹੈ ਕਿ ਇਹਨਾਂ ਦੀ ਜਿਹੜੀ ਬਾਹਰੀ ਸੈੱਲ ਵਾਲ ਹੈਗੀ ਹੈ ਉਹ ਬਾਕੀ ਆਮ ਬੈਕਟੀਰੀਆ ਨਾਲੋਂ ਵੱਖਰੀ ਹੋਣੀ ਚਾਹੀਦੀ ਹੈ। ਸੋ ਇਹੀ ਇਹਨਾਂ ਦਾ ਸੈੱਲ ਸਟਰਕਚਰ ਦਾ ਡਿਫਰੈਂਸ ਹੈ ਕਿ ਦੇ ਹੈਵ ਦ ਡਿਫਰੈਂਟ ਸੈੱਲ ਵਾਲ ਸਟਰਕਚਰ ਐਂਡ ਦਿਸ ਫੀਚਰ ਇਜ਼ ਰਿਸਪੋਂਸੀਬਲ ਫॉर देयर ਸਰਵਾਈਵਲ ਇਨ ਐਕਸਟ੍ਰੀਮ ਕੰਡੀਸ਼ਨਸ। ਸੋ ਇਸੇ ਫੀਚਰ ਕਰਕੇ ਹੀ ਇਹ ਐਕਸਟ੍ਰੀਮ ਕੰਡੀਸ਼ਨਸ ਦੇ ਵਿੱਚ ਸਰਵਾਈਵ ਕਰ ਸਕਦੇ ਹੈ। ਦੈਨ ਬੇਟਾ ਇਹਦੇ ਵਿੱਚ ਅਸੀਂ ਗੱਲ ਕੀਤੀ ਸੀ ਮਿਥੈਨੋਜਨਸ ਦੀ। ਹੁਣ ਮਿਥੈਨੋਜਨਸ ਕੀ ਹੈ ਇਹਦੇ ਬਾਰੇ ਤੁਸੀਂ ਜਿਹੜਾ ਹੈਗਾ ਬੇਟਾ +2 ਦੇ ਵਿੱਚ ਵੀ ਪੜ੍ਹਨਾ ਹੈ। ਇਹਦੇ ਬਾਰੇ ਸਮਝੋ ਕਿ ਇਹ ਇਹੋ ਜਿਹੇ ਬੈਕਟੀਰੀਆ ਨੇ ਜਿਹੜੇ ਕੱਡ ਚੂਇੰਗ ਐਨੀਮਲਸ ਜਿਹਨਾਂ ਨੂੰ ਅਸੀਂ ਰਿਊਮੀਨੈਂਟ ਕਹਿੰਦੇ ਹਾਂ, ਕਹਿੰਦਾ ਮਤਲਬ ਜਿਹੜੇ ਆਹ ਘਾਹ ਚਰਨ ਵਾਲੇ ਜਿਵੇਂ ਗਾਵਾਂ ਮੱਝਾਂ ਇਹ ਜਿਹੜੇ ਰਿਊਮੀਨੈਂਟਸ ਹੁੰਦੇ ਨੇ, ਕੱਡ ਚੂਇੰਗ ਐਨੀਮਲਸ ਹੁੰਦੇ ਨੇ, ਇਹਨਾਂ ਦੇ ਬੇਟਾ ਡਾਈਜੈਸਟਿਵ ਸਿਸਟਮ ਦੇ ਵਿੱਚ ਗੱਟ ਨੂੰ ਅਸੀਂ ਐਲੀਮੈਂਟਰੀ ਕਨਾਲ ਜਾਂ ਡਾਈਜੈਸਟਿਵ ਸਿਸਟਮ ਜਿਹੜਾ ਹੈਗਾ ਉਹਦਾ ਪਾਰਟ ਹੈ ਉਹ 'ਚ ਰਹਿੰਦੇ ਨੇ। ਤਾਂ ਐਲੀਮੈਂਟਰੀ ਕਨਾਲ ਦੇ ਵਿੱਚ ਜਦੋਂ ਰਹਿੰਦੇ ਨੇ ਬੇਟਾ ਇਹਦਾ ਮਤਲਬ ਜਿਹੜਾ ਉਹਨਾਂ ਦਾ ਜੋ ਫੀਕਲ ਮੈਟਰ ਹੈ, ਜੋ ਕਾਊ ਡੰਗ ਹੈਗਾ ਬੇਟਾ, ਉਸ ਦੇ ਨਾਲ ਇਹ ਉਸ ਤੋਂ ਬਾਹਰ ਵੀ ਚਲੇ ਜਾਣਗੇ ਉਹਨਾਂ ਦੀ ਬਾਡੀ ਤੋਂ। ਅਤੇ ਜਦੋਂ ਬੇਟਾ ਕਾਊ ਡੰਗ ਦੇ ਵਿੱਚ ਅਵੇਲੇਬਲ ਹੋਣਗੇ ਤਾਂ ਹੁਣ ਅਸੀਂ ਕਾਊ ਡੰਗ ਨੂੰ ਬਾਇਓਗੈਸ ਪਲਾਂਟ ਦੇ ਵਿੱਚ ਯੂਜ਼ ਕਰਦੇ ਹਾਂ ਇਹਨਾਂ ਤੋਂ ਬਾਇਓਗੈਸ ਪ੍ਰੋਡਿਊਸ ਕਰਨ ਦੇ ਲਈ। ਤਾਂ ਇੱਥੇ ਜਿਹੜਾ ਬਾਇਓਗੈਸ ਪ੍ਰੋਡਿਊਸ ਕਰਨ ਦੇ ਲਈ ਜਿਹੜੇ ਬੈਕਟੀਰੀਆ ਮੇਨਲੀ ਰੋਲ ਪਲੇ ਕਰਦੇ ਨੇ ਉਹ ਮਿਥੈਨੋਜਨਸ ਨੇ, ਕਿਉਂਕਿ ਡੀਕੰਪੋਜੀਸ਼ਨ ਕਰ ਦਿੰਦੇ ਨੇ ਕਾਊ ਡੰਗ ਦੀ ਅਤੇ ਮੇਨਲੀ ਮੀਥੇਨ ਗੈਸ ਜਿਹੜੀ ਪ੍ਰੋਡਿਊਸ ਕਰਦੇ। ਐਜ਼ ਵੀ ਨੋ ਕਿ ਮੀਥੇਨ ਗੈਸ ਹੀ ਤਾਂ ਬਾਇਓਗੈਸ ਦਾ ਮੇਨ ਕੰਪੋਨੈਂਟ ਹੈ। ਇਸ ਕਰਕੇ ਬੇਟਾ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਇਹ ਬਾਇਓਗੈਸ ਦੀ ਪ੍ਰੋਡਕਸ਼ਨ ਦੇ ਵਿੱਚ ਜਿਹੜਾ ਹੈਗਾ ਬੇਟਾ ਕੀ ਹੈ ਰੋਲ ਪਲੇ ਕਰਦੇ ਨੇ। ਸੋ ਇਹ ਕੀ ਨੇ ਮਿਥੈਨੋਜਨਸ। ਸੋ ਮਿਥੈਨੋਜਨਸ ਆਰਕਿਓਬੈਕਟੀਰੀਆ ਦੀ ਇੱਕ ਟਾਈਪ ਆ ਗਈ। ਦੈਨ ਬੇਟਾ ਇਸ ਤੋਂ ਬਾਅਦ 'ਚ ਅਸੀਂ ਗੱਲ ਕਰਦੇ ਹਾਂ ਯੂਬੈਕਟੀਰੀਆ ਦੀ। ਹੁਣ ਯੂਬੈਕਟੀਰੀਆ ਜਿਹੜੇ ਹੈਗੇ ਨੇ ਇਹਨਾਂ ਨੂੰ ਅਸੀਂ ਯੂਬੈਕਟੀਰੀਆ ਜਿਹੜਾ ਹੈਗਾ ਬੇਟਾ ਜੇ ਅਸੀਂ ਗੱਲ ਕਰੀਏ ਯੂ ਵਰਡ ਅਸੀਂ ਆਲਰੇਡੀ ਕਈ ਵਾਰ ਐਕਸਪਲੇਨ ਕੀਤਾ ਹੈ। ਇਹਦਾ ਮਤਲਬ ਹੁੰਦਾ ਟਰੂ, ਬੈਕਟੀਰੀਆ ਮਤਲਬ ਬੈਕਟੀਰੀਆ। ਸੋ ਜਿਹੜੇ ਟਰੂ ਸੈਂਸ ਦੇ ਵਿੱਚ ਬੈਕਟੀਰੀਆ ਨੇ ਉਹਨਾਂ ਨੂੰ ਅਸੀਂ ਯੂਬੈਕਟੀਰੀਆ ਕਹਾਂਗੇ। ਹੁਣ ਇਹਨਾਂ ਦੇ ਵਿੱਚ ਹੁੰਦਾ ਕੀ ਹੈ, ਇਹਨਾਂ ਦਾ ਜਿਹੜਾ ਸੈੱਲ ਸਟਰਕਚਰ ਹੈ ਉਹ ਸੈੱਲ ਸਟਰਕਚਰ ਦੇ ਵਿੱਚ ਇੱਕ ਬਾਹਰ ਰਿਜਿਡ ਸੈੱਲ ਵਾਲ ਪ੍ਰੈਜੈਂਟ ਹੁੰਦੀ ਹੈ। ਅਤੇ ਦੈਨ ਬੇਟਾ ਜਿਹੜਾ ਹੈਗਾ ਜਿਵੇਂ ਅਸੀਂ ਆਲਰੇਡੀ ਗੱਲ ਕੀਤੀ ਹੈ ਕਿ ਵਿੱਚ ਇੱਕ ਨਿਊਕਲੀਅਰ ਇਨਵੈਲਪ ਤਾਂ ਨਹੀਂ ਹੁੰਦੀ, ਬਸ ਕ੍ਰੋਮੈਟਿਨ ਜੈਨੇਟਿਕ ਮਟੀਰੀਅਲ ਜਿਹੜਾ ਹੈਗਾ ਉਹ ਪ੍ਰੈਜੈਂਟ ਹੁੰਦਾ ਹੈ ਅਤੇ ਕੋਈ ਵੀ ਮੈਂਬਰੇਨ ਬਾਉਂਡ ਆਰਗੈਨਲੀ ਨਹੀਂ ਹੁੰਦੀ। ਦੈਨ ਇਹਨਾਂ ਦੇ ਵਿੱਚ ਬੇਟਾ ਜਿਹੜੀ ਹੈਗੀ ਫਲੈਜਲਾ ਪ੍ਰੈਜੈਂਟ ਹੁੰਦੀ ਹੈ, ਇੱਕ ਟੇਲ ਪ੍ਰੈਜੈਂਟ ਹੁੰਦੀ ਹੈ ਜਿਹੜੀ ਫਲੈਜਲਾ ਜਿਹੜੀ ਹੈਗੀ ਇਹਨਾਂ ਦੀ ਮੂਵਮੈਂਟ ਦੇ ਵਿੱਚ ਰੋਲ ਪਲੇ ਕਰਦੀ ਹੈ। ਸੋ ਇਹਨਾਂ ਨੂੰ ਮੋਟਿਲਿਟੀ ਪ੍ਰੋਵਾਈਡ ਕਰਦੀ ਹੈਗੀ ਹੈ। ਸੋ ਬੇਟਾ ਹੁਣ ਜਿਹੜੀ ਗੱਲ ਆਉਂਦੀ ਹੈ ਯੂਬੈਕਟੀਰੀਆ ਦੀ, ਇਹ ਯੂਬੈਕਟੀਰੀਆ ਜੇ ਆਪਣਾ ਫੂਡ ਆਪ ਪ੍ਰਪੇਅਰ ਕਰ ਸਕਦੇ ਹੈ ਤਾਂ ਅਸੀਂ ਇਹਨਾਂ ਨੂੰ ਕਹਾਂਗੇ ਆਟੋਟ੍ਰੋਫਿਕ, ਅਤੇ ਜੇ ਨਹੀਂ ਪ੍ਰਪੇਅਰ ਕਰ ਸਕਦੇ ਤਾਂ ਅਸੀਂ ਇਹਨਾਂ ਨੂੰ ਕੀ ਕਹਾਂਗੇ ਬੇਟਾ ਹੈਟਰੋਟ੍ਰੋਫਿਕ। ਸੋ ਅਸੀਂ ਬੈਕਟੀਰੀਆ ਨੂੰ ਬੇਟਾ ਜਿਹੜਾ ਹੈਗਾ 2 ਕੈਟਾਗਰੀਜ਼ ਦੇ ਵਿੱਚ ਵੰਡਾਂਗੇ। ਇੱਕ ਤਾਂ ਜਿਹੜੇ ਹੈਗੇ ਨੇ ਸਾਡੇ ਕੋਲ ਬੈਕਟੀਰੀਆ ਜਿਹੜੇ ਆਪਣਾ ਫੂਡ ਆਪ ਪ੍ਰਪੇਅਰ ਕਰ ਸਕਦੇ ਨੇ,
ਉਹ ਹੈਗੇ ਨੇ ਆਟੋਟ੍ਰੋਫਿਕ, ਤੇ ਜਿਹੜਾ ਆਪਣਾ ਫੂਡ ਆਪ ਪ੍ਰਪੇਅਰ ਨਹੀਂ ਕਰ ਸਕਦੇ ਉਹ ਕੀ ਨੇ, ਹੈਟਰੋਟ੍ਰੋਫਿਕ। ਹੁਣ ਜਿਹੜੇ ਆਟੋਟ੍ਰੋਫਿਕ ਨੇ ਫਰਦਰ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤੇ ਜਾ ਸਕਦੇ ਨੇ। ਜਿਹੜੇ ਆਪਣਾ ਫੂਡ ਆਪ ਜਿਹੜਾ ਸਨਲਾਈਟ ਦੀ ਹੈਲਪ ਨਾਲ ਪ੍ਰਪੇਅਰ ਕਰਦੇ ਨੇ ਬਿਲਕੁਲ ਪਲਾਂਟਸ ਦੀ ਤਰ੍ਹਾਂ, ਉਹਨਾਂ ਨੂੰ ਤਾਂ ਬੇਟਾ ਅਸੀਂ ਫੋਟੋਸਿੰਥੈਟਿਕ ਬੋਲਦੇ ਹਾਂ। ਤੇ ਜਿਹੜੇ ਕੈਮੀਕਲਸ ਦੀ ਹੈਲਪ ਨਾਲ ਫੂਡ ਪ੍ਰਪੇਅਰ ਕਰਦੇ ਆ ਉਹਨਾਂ ਨੂੰ ਅਸੀਂ ਬੋਲਦੇ ਹਾਂ ਬੇਟਾ ਕੀਮੋਸਿੰਥੈਟਿਕ। ਜਿਹੜੇ ਫੋਟੋਸਿੰਥੈਟਿਕ ਨੇ ਬਿਲਕੁਲ ਪਲਾਂਟਸ ਦੀ ਤਰ੍ਹਾਂ ਕਰਦੇ ਨੇ, ਇਹਨਾਂ ਨੂੰ ਅਸੀਂ ਬਲੂ ਗ੍ਰੀਨ ਐਲਗੀ ਵੀ ਕਹਿ ਦਿੰਦੇ ਹਾਂ। ਯਾਦ ਰੱਖਿਓ ਕਿ ਬਲੂ ਗ੍ਰੀਨ ਐਲਗੀ ਇਜ਼ ਨਾਟ ਅ ਟਾਈਪ ਆਫ ਐਲਗੀ, ਇਹ ਕਿੰਗਡਮ ਮੌਂਦਰਾ ਦੇ ਵਿੱਚ ਆਉਂਦਾ ਬੇਟਾ, ਇਹ ਪਲਾਂਟੀ ਦੇ ਵਿੱਚ ਨਹੀਂ ਆਉਂਦਾ। ਚਾਹੇ ਦੀ ਫੋਟੋਸਿੰਥਸਿਸ ਕਰਦੇ ਨੇ ਬਟ ਦੀਜ਼ ਆਰ ਇਨ ਕਿੰਗਡਮ ਮੌਂਦਰਾ। ਤਾਂ ਬੇਟਾ ਹੁਣ ਪੜ੍ਹੋ ਆਪਣੀ ਬੁੱਕ ਦੇ ਵਿੱਚੋਂ ਦਾ ਸਾਈਨੋਬੈਕਟੀਰੀਆ, ਜਿਨ੍ਹਾਂ ਨੂੰ ਅਸੀਂ ਬਲੂ ਗ੍ਰੀਨ ਐਲਗੀ ਵੀ ਕਹਿੰਦੇ ਹਾਂ। ਇਹਨਾਂ ਕੋਲ ਕਲੋਰੋਫਿਲ ਏ ਹੁੰਦਾ ਬਿਲਕੁਲ ਗ੍ਰੀਨ ਪਲਾਂਟਸ ਦੀ ਤਰ੍ਹਾਂ। ਦੈਟਸ ਵਾਈ ਦੀਜ਼ ਆਰ ਫੋਟੋਸਿੰਥੈਟਿਕ ਆਟੋਟ੍ਰੋਫਸ। ਜਿਹੜੇ ਸਾਈਨੋਬੈਕਟੀਰੀਆ ਜਿਹੜੇ ਹੈਗੇ ਨੇ ਬੇਟਾ, ਇਹ ਯੂਨੀਸੈਲੂਲਰ ਇੱਕ ਸੈਲੀ ਜੀਵ ਨੇ, ਕਲੋਨੀਜ਼ ਦੇ ਵਿੱਚ ਰਹਿੰਦੇ ਨੇ। ਹੁਣ ਇੱਥੇ ਗੱਲ ਸਮਝਣ ਵਾਲੀ ਹੈ ਕਿ ਕਲੋਨੀਜ਼ ਕਿਵੇਂ ਬਣਾਉਂਦੇ ਨੇ। ਅਸਲ ਦੇ ਵਿੱਚ ਇਹ ਨਾ ਇੱਕ ਜੈਲੇਟੀਨਸ ਮਟੀਰੀਅਲ ਜਿਹੜਾ ਹੈਗਾ ਉਹ ਸਕਰੀਟ ਕਰਦੇ ਨੇ, ਜਿਹਦੇ ਨਾਲ ਇਹਨਾਂ ਦੇ ਬਾਹਰ ਇੱਕ ਸ਼ੀਥ ਜੀ ਬਣ ਜਾਂਦੀ ਹੈ। ਉਹ ਸ਼ੀਥ ਬਣਨ ਕਰਕੇ, ਜਿਵੇਂ ਇਸ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਰਹੇ ਹੋ, ਇਹ ਸ਼ੀਥ ਬਣਨ ਕਰਕੇ ਸਾਰੇ ਇਕੱਠੇ ਰਹਿੰਦੇ ਨੇ। ਤਾਂ ਇਸ ਨੂੰ ਬੇਟਾ ਜਿਹੜਾ ਅਸੀਂ ਬੋਲਦੇ ਹਾਂ ਕਿ ਕਲੋਨੀਅਲ ਸਿਸਟਮ ਇਹਨਾਂ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ। ਤਾਂ ਇਹ ਜਿਹੜੇ ਫੋਟੋਸਿੰਥੈਟਿਕ ਆਟੋਟ੍ਰੋਪਸ ਹੈਗੇ ਨੇ ਬੇਟਾ, ਇਹਨਾਂ ਦੇ ਵਿੱਚੋਂ ਕੁਛ ਕੁ ਸਾਡੇ ਕੋਲ ਇਹੋ ਜਿਹੇ ਵੀ ਆਰਗੈਨਿਜ਼ਮਸ ਹੁੰਦੇ ਨੇ ਜਿਹੜੇ ਬੇਟਾ ਜਿਹੜੇ ਹੈਗੇ ਨੇ ਇਨਆਰਗੈਨਿਕ ਸਬਸਟੈਂਸ, ਜਿਵੇਂ ਨਾਈਟ੍ਰੇਟ, ਨਾਈਟਰਾਈਟ, ਅਮੋਨੀਆ, ਇਹਨਾਂ ਨੂੰ ਯੂਜ਼ ਕਰਕੇ ਫੂਡ ਬਣਾਉਂਦੇ ਨੇ ਜਾਂ ATP ਪ੍ਰੋਡਕਸ਼ਨ ਕਰਦੇ ਨੇ। ਉਹਨਾਂ ਨੂੰ ਅਸੀਂ ਬੋਲਦੇ ਹਾਂ ਬੇਟਾ ਕੀਮੋਸਿੰਥੈਟਿਕ, ਮਤਲਬ ਕਿ ਸਿੰਥਸਿਸ ਤਾਂ ਕਰਦੇ ਨੇ, ਆਟੋਟ੍ਰੋਫਿਕ ਤਾਂ ਹੈਗੇ ਨੇ ਬਟ ਵਿਦ ਦੀ ਹੈਲਪ ਆਫ ਕੈਮੀਕਲਸ। ਤਾਂ ਇੱਥੇ ਬੇਟਾ ਕੁਝ ਐਗਜ਼ਾਮਪਲ ਸਾਡੇ ਕੋਲ ਇਹੋ ਜਿਹੀਆਂ ਵੀ ਨੇ, ਜਿਵੇਂ ਨੋਸਟਕ ਹੋ ਗਿਆ, ਐਨਾਬੇਨਾ ਹੋ ਗਿਆ। ਤਾਂ ਇਹ ਨੋਸਟਕ ਤੇ ਐਨਾਬੇਨਾ, ਇਹ ਬੇਟਾ ਜਿਹੜੀ ਫ੍ਰੀ ਨਾਈਟ੍ਰੋਜਨ ਹੈ ਨਾ, ਐਟਮੋਸਫੈਰਿਕ ਨਾਈਟ੍ਰੋਜਨ ਹੈ, ਉਹਨੂੰ ਫਿਕਸ ਕਰਨ ਦੇ ਵਿੱਚ ਹੈਲਪ ਕਰਦੇ ਹੈ। ਹੁਣ ਨਾਈਟ੍ਰੋਜਨ ਫਿਕਸੇਸ਼ਨ ਦੀ ਜੇ ਗੱਲ ਕਰੀਏ ਨਾ, ਨਾਈਟ੍ਰੋਜਨ ਫਿਕਸੇਸ਼ਨ ਦੇ ਵਿੱਚ ਬੈਕਟੀਰੀਆ ਦੋ ਤਰੀਕੇ ਨਾਲ ਰੋਲ ਪਲੇ ਕਰਦੇ ਹੈ। ਇੱਕ ਤਾਂ ਇਹੋ ਜਿਹੇ ਬੈਕਟੀਰੀਆ ਨੇ ਜਿਹੜੇ ਫ੍ਰੀ ਲਿਵਿੰਗ ਨੇ ਤੇ ਨਾਈਟ੍ਰੋਜਨ ਫਿਕਸ ਕਰ ਦਿੰਦੇ ਆ। ਨਾਈਟ੍ਰੋਜਨ ਫਿਕਸ ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜੀ ਫ੍ਰੀ ਨਾਈਟ੍ਰੋਜਨ ਹੈ, ਉਸ ਫ੍ਰੀ ਨਾਈਟ੍ਰੋਜਨ ਨੂੰ ਜਿਹੜੀ ਹੈਗੀ ਹੈ ਬੇਟਾ ਨਾਈਟ੍ਰੇਟਸ ਦੇ ਵਿੱਚ ਕਨਵਰਟ ਕਰਨਾ, ਯੂਜ਼ਫੁਲ ਕੰਪਾਊਂਡ ਦੇ ਵਿੱਚ ਕਨਵਰਟ ਕਰਨਾ। ਤਾਂ ਯੂਜ਼ਫੁਲ ਕੰਪਾਊਂਡ ਦੇ ਵਿੱਚ ਕਨਵਰਟ ਕਰਨ ਦੇ ਲਈ ਜਾਂ ਤਾਂ ਸਾਡੇ ਕੋਲ ਹੋ ਸਕਦੇ ਨੇ ਫ੍ਰੀ ਲਿਵਿੰਗ ਬੈਕਟੀਰੀਆ, ਤੇ ਜਾਂ ਬੇਟਾ ਜਿਹੜੇ ਹੁੰਦੇ ਨੇ ਉਹ ਸਿੰਬਿਓਟਿਕ ਐਸੋਸੀਏਸ਼ਨ ਦੇ ਵਿੱਚ ਰਹਿਣ ਵਾਲੇ ਬੈਕਟੀਰੀਆ। ਸਿੰਬਿਓਟਿਕ ਐਸੋਸੀਏਸ਼ਨ ਦੇ ਵਿੱਚ ਰਹਿਣ ਵਾਲੇ ਜਿਹੜੇ ਬੈਕਟੀਰੀਆ ਨੇ, ਇਹ ਕੀ ਕਰਦੇ ਨੇ, ਇਹ ਜਿਹੜੇ ਰੂਟ ਜਿਹੜੀਆਂ ਆਪਣੇ ਕੋਲ ਲੈਗਿਊਮੀਨਸ ਪਲਾਂਟਸ ਹੁੰਦੀਆਂ ਨਾ, ਫਲੀਦਾਰ ਪੌਦੇ ਹੁੰਦੇ ਨੇ, ਉਹਨਾਂ ਦੀਆਂ ਜਿਹੜੀਆਂ ਜੜ੍ਹਾਂ ਹੁੰਦੀਆਂ, ਰੂਟਸ ਹੁੰਦੀਆਂ ਨੇ, ਉਹਨਾਂ ਦੇ ਵਿੱਚ ਨਡਿਊਲਸ ਪ੍ਰੈਜ਼ੈਂਟ ਹੁੰਦੇ ਨੇ, ਜੜ ਗੰਢਾਂ ਕਹਿੰਦੇ ਨੇ। ਰੂਟ ਨਡਿਊਲਸ ਦੇ ਵਿੱਚ ਬੇਟਾ ਇਹ ਰਹਿੰਦਾ ਬੈਕਟੀਰੀਆ। ਉਸ ਬੈਕਟੀਰੀਆ ਨੂੰ ਅਸੀਂ ਨਾਮ ਦਿੰਦੇ ਹਾਂ ਰਾਈਜ਼ੋਬੀਅਮ ਦਾ। ਤਾਂ ਉਹ ਰਾਈਜ਼ੋਬੀਅਮ ਬੈਕਟੀਰੀਆ ਜਿਹੜਾ ਹੈਗਾ ਰੂਟ ਨਡਿਊਲਸ ਦੇ ਵਿੱਚ ਰਹਿੰਦਾ ਹੈ ਤੇ ਫ੍ਰੀ ਨਾਈਟ੍ਰੋਜਨ ਜਿਹੜੀ ਹੈਗੀ ਉਹਨੂੰ ਫਿਕਸ ਕਰਦਾ ਹੈ। ਇੰਟਰਨ ਜਿਹੜਾ ਹੈਗਾ ਪਲਾਂਟ ਇਹਨੂੰ ਕੀ ਦੇ ਰਿਹਾ, ਪਲਾਂਟ ਇਹਨੂੰ ਫੂਡ ਦੇ ਰਿਹਾ ਤੇ ਸ਼ੈਲਟਰ ਦੇ ਰਿਹਾ। ਇਹਦਾ ਮਤਲਬ ਜਿਹੜਾ ਰਾਈਜ਼ੋਬੀਅਮ ਬੈਕਟੀਰੀਆ ਹੈਗਾ ਉਹ ਆਪਣਾ ਫੂਡ ਨਹੀਂ ਪ੍ਰਪੇਅਰ ਕਰ ਰਿਹਾ, ਉਹ ਨਾਈਟ੍ਰੋਜਨ ਫਿਕਸ ਕਰਕੇ ਪਲਾਂਟ ਨੂੰ ਦੇ ਰਿਹਾ ਹੈ। ਤਾਂ ਉਹ ਜਿਹੜਾ ਹੈਗਾ ਬੇਟਾ ਜਿਹੜੀ ਅਸੀਂ ਕੈਟਾਗਰੀ ਇੱਥੇ ਸਟੱਡੀ ਕਰ ਰਹੇ ਹਾਂ, ਜਿਸ 'ਚ ਅਸੀਂ ਫ੍ਰੀ ਲਿਵਿੰਗ ਐਨਾਬੇਨਾ ਤੇ ਨੋਸਟਿਕ ਦੀ ਗੱਲ ਕੀਤੀ ਹੈ, ਇੱਥੇ ਨਹੀਂ ਆ ਸਕਦਾ ਉਹ, ਪਰ ਹੈਗਾ ਕੀ ਹੈ, ਉਹ ਨਾਈਟ੍ਰੋਜਨ ਫਿਕਸੇਸ਼ਨ ਦੇ ਵਿੱਚ ਹੈ। ਤਾਂ ਦੂਜੀ ਕੈਟਾਗਰੀ ਹੈਟਰੋਟ੍ਰੋਫਿਕ ਦੇ ਵਿੱਚ ਆ ਜਾਊਗਾ। ਸੋ ਹੈਟਰੋਟ੍ਰੋਫਿਕ ਹੀ ਨੇ ਇਹ, ਬਹੁਤ ਜ਼ਿਆਦਾ ਅਬੰਡੈਂਟ, ਜਿਹੜੇ ਸਭ ਤੋਂ ਜ਼ਿਆਦਾ ਅਬੰਡੈਂਟ ਅਰਥ ਦੇ ਉੱਤੇ ਸਾਡੇ ਕੋਲ ਹੈਟਰੋਟ੍ਰੋਫਿਕ ਹੀ ਨੇ, ਕਿਉਂਕਿ ਜਿਹੜੇ ਹੈਗੇ ਨੇ ਬੇਟਾ ਇਹ ਸਾਡੇ ਲਈ ਡੀਕੰਪੋਜ਼ਰਸ ਦਾ ਕੰਮ ਕਰਦੇ ਹੈ ਤੇ ਬਹੁਤ ਸਾਰੀਆਂ ਜਿਹੜੀਆਂ ਡਿਜ਼ੀਜ਼ ਕਾਜ਼ ਕਰਦੇ ਨੇ ਉਹ ਵੀ ਤਾਂ ਹੈਟਰੋਟ੍ਰੋਫਿਕ ਹੀ ਹੁੰਦੇ ਨੇ। ਇਹਦਾ ਮਤਲਬ ਹੈਟਰੋਟ੍ਰੋਫਿਕ ਜਿਹੜੇ ਬੈਕਟੀਰੀਆ ਦੀ ਗੱਲ ਕਰੀਏ, ਇਹ ਸਾਡੇ ਲਈ ਯੂਜ਼ਫੁਲ ਵੀ ਹੈਗੇ ਨੇ ਤੇ ਸਾਡੇ ਲਈ ਹਾਰਮਫੁਲ ਵੀ ਹੈਗੇ ਨੇ। ਯੂਜ਼ਫੁਲਨੈਸ ਤਾਂ ਇਹਨਾਂ ਦੀ ਇਸ ਤਰੀਕੇ ਨਾਲ ਹੈ ਬੇਟਾ ਕਿ ਜਿਵੇਂ ਹੁਣ ਮਿਲਕ ਤੋਂ ਜਿਹੜਾ ਦਹੀਂ ਬਣਾਉਣਾ, ਕਾਰਡਿੰਗ ਆਫ ਮਿਲਕ ਹੋ ਗਿਆ, ਐਂਟੀਬਾਇਓਟਿਕਸ ਬਣਾਉਣਾ ਜਾਂ ਨਾਈਟ੍ਰੋਜਨ ਫਿਕਸ ਕਰਨਾ। ਦੇਖੋ ਜਿਹੜੀ ਹੈਗੀ ਆ ਉਹੀ ਐਗਜ਼ਾਮਪਲ ਆ ਗਈ, ਲੈਗਿਊਮੀਨਸ ਪਲਾਂਟਸ ਦੇ ਵਿੱਚ ਰਾਈਜ਼ੋਬੀਅਮ ਕਰਦਾ ਹੈ। ਤਾਂ ਇਹ ਸਾਰੇ ਤਾਂ ਬੇਟਾ ਜਿਹੜੇ ਹੈਗੇ ਨੇ ਇਹਨਾਂ ਦੇ ਯੂਜ਼ਫੁਲ ਇਫੈਕਟਸ ਆ ਗਏ, ਸਾਡੇ ਲਈ ਫਾਇਦੇਮੰਦ ਆ ਗਏ। ਬਟ ਐਟ ਦਾ ਸੇਮ ਟਾਈਮ ਬੇਟਾ ਇਹ ਸਾਡੀਆਂ ਕ੍ਰੌਪਸ ਦਾ ਨੁਕਸਾਨ ਕਰਦੇ ਨੇ ਬਹੁਤ ਸਾਰੇ ਬੈਕਟੀਰੀਆ, ਅਤੇ ਕਿੰਨੀ ਬੈਕਟੀਰੀਆ ਸਾਨੂੰ ਡਿਜ਼ੀਜ਼ ਕਾਜ਼ ਕਰਦੇ ਨੇ, ਜਿਵੇਂ ਕਾਲਰਾ, ਟਾਈਫਾਈਡ, ਸੈਲਮੋਨੇਲਾ ਟਾਈਫੀ ਨਾਲ, ਟੈਟਨਸ, ਕਲੋਸਟ੍ਰੀਡੀਅਮ ਟੈਟਨੀ ਨਾਲ, ਤਾਂ ਇਹ ਸਿਟਰਸ ਕੈਂਕਰ ਹੋ ਗਿਆ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਇਹ ਕਾਜ਼ ਕਰਦੇ ਆ। ਮੈਂ ਤੁਹਾਨੂੰ ਬੇਟਾ ਗਰੁੱਪ ਦੇ ਵਿੱਚ ਵੀ ਅਤੇ ਆਪਣਾ ਜਿਹੜਾ ਕਲਾਸਰੂਮ ਬਣਿਆ ਉਹਦੇ ਵਿੱਚ ਵੀ ਇੱਕ ਡਾਕੂਮੈਂਟ ਅਪਲੋਡ ਕੀਤਾ ਸੀ, ਜਿਸ 'ਚ ਦੱਸਿਆ ਸੀ ਕਿ ਕਿਹੜੇ ਬੈਕਟੀਰੀਆ ਕਿਹੜੀ ਡਿਜ਼ੀਜ਼ ਕਾਜ਼ ਕਰ ਰਹੇ ਆ। ਸੋ ਕੁਛ ਕੁ ਮੇਜਰ ਜਿਹੜੀਆਂ ਡਿਜ਼ੀਜ਼ ਨੇ ਉਹਨਾਂ ਨੂੰ ਅਸੀਂ ਯਾਦ ਕਰ ਲੈਣਾ ਹੁੰਦਾ ਹੈ। ਤਾਂ ਹੁਣ ਜਿਹੜੇ ਹੈਗੇ ਨੇ ਬੈਕਟੀਰੀਆ ਦੀ ਅੱਗੇ ਗੱਲ ਆਉਂਦੀ ਹੈ ਕਿ ਫਿਜ਼ਨ ਕਿਵੇਂ ਕਰਦੇ ਨੇ। ਇਹ ਤਾਂ ਗੱਲ ਆ ਗਈ ਇਹਨਾਂ ਦੀ ਨਿਊਟ੍ਰੀਸ਼ਨ ਦੀ, ਅੱਗੇ ਆ ਗਈ ਡਿਵਾਈਡ ਕਿਵੇਂ ਕਰਦੇ ਨੇ, ਫਿਜ਼ਨ ਕਿਵੇਂ ਕਰਦੇ ਨੇ।
ਤਾਂ ਬੇਟਾ ਇਹ ਅਨਫੇਵਰੇਬਲ ਕੰਡੀਸ਼ਨਸ ਦੇ ਵਿੱਚ ਜਿਹੜੇ ਹੈਗੇ ਨੇ ਬੇਟਾ ਇਹ ਸਪੋਰ ਫਾਰਮੇਸ਼ਨ ਨਾਲ ਕਰਦੇ ਨੇ, ਬਟ ਨਾਰਮਲੀ ਜਿਹੜੀ ਇਹਨਾਂ ਦੀ ਰੀਪਰੋਡਕਸ਼ਨ ਆ ਉਹ ਫਿਜ਼ਨ ਨਾਲ ਹੁੰਦੀ ਹੈ, ਮਤਲਬ ਕਿ ਡਿਵਾਈਡ ਕਰ ਜਾਂਦੇ ਨੇ ਬੈਕਟੀਰੀਆ। ਸੋ ਮਲਟੀਪਲ ਫਿਜ਼ਨ ਵੀ ਹੋ ਸਕਦੀ ਹੈ, ਤਾਂ ਜਿਹਦੇ ਨਾਲ ਕੀ ਹੈ ਇੱਕ ਬੈਕਟੀਰੀਆ ਦੇ ਬਹੁਤ ਸਾਰੇ ਪ੍ਰੋਡਿਊਸ ਹੋ ਜਾਣਗੇ। ਬਾਈਨਰੀ ਫਿਜ਼ਨ 1 ਤੋਂ 2 ਹੋ ਗਏ, 2 ਤੋਂ 4, 4 ਤੋਂ 8, ਇਸ ਤਰੀਕੇ ਨਾਲ ਬੇਟਾ ਇਹਨਾਂ ਦੀ ਰੀਪਰੋਡਕਸ਼ਨ ਹੋ ਸਕਦੀ ਹੈ। ਸੋ ਇਹ ਸੀਗਾ ਬੇਟਾ ਬੈਕਟੀਰੀਆ ਬਾਰੇ। ਦੈਨ ਇੱਕ ਲਾਸਟ ਦੇ ਵਿੱਚ ਲਾਈਨ ਲਿਖੀ ਹੈ ਕਿ ਮਾਈਕੋਪਲਾਜ਼ਮਾ ਕੀ ਹੈ, ਕਈ ਵਾਰੀ ਪੁੱਛ ਲੈਂਦਾ, ਇਹ ਵੀ ਕਿੰਗਡਮ ਮੌਂਦਰਾ 'ਚ ਹੀ ਆਉਂਦਾ ਹੈ। PPLO ਵੀ ਲਿਖ ਦਿੰਦੇ ਨੇ ਇਹਨਾਂ ਨੂੰ, ਪਲੂਰੋ ਨਮੂਨੀਆ ਲਾਈਕ ਆਰਗੈਨਿਜ਼ਮਸ ਵੀ ਲਿਖ ਦਿੰਦੇ ਨੇ। ਇਹਨਾਂ ਦੀ ਖਾਸੀਅਤ ਇਹ ਹੈ ਕਿ ਧਰਤੀ ਦੇ ਉੱਤੇ ਰਹਿਣ ਵਾਲੇ ਸਮੋਲੈਸਟ ਲਿਵਿੰਗ ਸੈੱਲ ਜਿਹੜੇ ਹੈਗੇ ਨੇ ਉਹ ਕੀ ਨੇ ਬੇਟਾ, PPLO ਨੇ, ਪਲੂਰੋ ਨਮੂਨੀਆ ਲਾਈਕ ਆਰਗੈਨਿਜ਼ਮਸ ਨੇ। ਮਾਈਕੋਪਲਾਜ਼ਮਾ ਇਸ ਦਾ ਨਾਮ ਹੈ। ਸੋ ਇਹ ਸੀ ਸਾਡਾ ਬੇਟਾ ਸਭ ਤੋਂ ਪਹਿਲਾ ਕਿੰਗਡਮ ਮੌਂਦਰਾ। ਮੈਂ ਉਮੀਦ ਕਰਦਾ ਕਿ ਕਿੰਗਡਮ ਮੌਂਦਰਾ ਤੁਹਾਨੂੰ ਸਮਝ ਲੱਗਿਆ ਹੋਊਗਾ। ਤੁਸੀਂ ਅੱਜ ਕਿੰਗਡਮ ਮੌਂਦਰਾ ਕਰੋ ਬੇਟਾ। ਕੱਲ੍ਹ ਜਿਹੜਾ ਹੈਗਾ ਆਪਾਂ ਨੈਕਸਟ ਲੈਕਚਰ ਨਾਲ ਮਿਲਦੇ ਹਾਂ ਕਿੰਗਡਮ ਪ੍ਰੋਟਿਸਟਾ ਲੈ ਕੇ।